एक होर खास वीडियो रिपोर्ट लैके हाज़र हाँ। चैनल रितेश लखी अनपलग्ड ऑपरेशन ब्लू स्टार उत्ते एक खास सीरीज़ के तहत अज का दूसरा वीडियो है जिस विच कि मैं गल करांगा उस निरंकारी कांड बारे जो कि साल 1978 विच होया सी। ऑपरेशन ब्लू स्टार तो पहला तकरीबन 6 साल पहला एक ऐसा मौका सी, एक ऐसा साका सी जिसने कि नींह रखती सी पंजाब दे विच उस अराजकता दी, उस माहौल दी जो कि 1984 दे विच ऑपरेशन ब्लू स्टार दे विच कलमिनेट होया। आखिर की है निरंकारी कांड ਤੇ ਨਿਰੰਕਾਰੀਆਂ ਦੇ ਨਾਲ ਸਿੱਖ ਜਥੇਬੰਦੀਆਂ ਦਾ ਜਿਹੜਾ ਟਕਰਾਅ ਸੀ ਉਸ ਨੂੰ ਇਸ ਸਿਖਰ ਤੱਕ ਕਿਉਂ ਪਹੁੰਚਣ ਦਿੱਤਾ ਗਿਆ। ਕਿਹੜੀਆਂ ਐਸੀਆਂ ਤਾਕਤਾਂ ਸ਼ਕਤੀਆਂ ਸਨ ਜਿਨ੍ਹਾਂ ਨੇ ਕਿ ਲਗਾਤਾਰ ਨਿਰੰਕਾਰੀਆਂ ਦੇ ਪਿੱਛੇ ਥਾਪੜਾ ਦਿੱਤਾ, ਉਹਨਾਂ ਦੀ ਸਾਰੀ ਗਤੀਵਿਧੀਆਂ ਨੂੰ ਇਗਨੋਰ ਕੀਤਾ। ਜੋ ਵੀ ਉਹ ਗੱਲਾਂ ਬਾਤਾਂ ਸਿੱਖ ਗੁਰਧਾਮਾਂ ਦੇ ਪ੍ਰਤੀ, ਸਿੱਖ ਸਰੋਵਰਾਂ ਦੇ ਪ੍ਰਤੀ ਜਾਂ ਫਿਰ ਸਿੱਖ ਗੁਰੂਆਂ ਦੇ ਪ੍ਰਤੀ ਆਪਣੇ ਸਮਾਗਮਾਂ ਜਾਂ ਆਪਣੇ ਪ੍ਰਵਚਨਾਂ ਵਿੱਚ ਕਿਆ ਕਰਦੇ ਸਨ, ਉਹਨਾਂ ਨੂੰ ਲਗਾਤਾਰ ਸਰਕਾਰਾਂ ਵੱਲੋਂ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਸ ਵੱਲੋਂ ਇਗਨੋਰ ਕੀਤਾ ਜਾਂਦਾ ਰਿਹਾ। ਤੇ ਜਦੋਂ ਸਿੱਖਾਂ ਵੱਲੋਂ, ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਸੀ, ਉਸ ਵਕਤ ਜਿਹੜਾ ਐਕਸ਼ਨ ਉਲਟਾ ਸਿੱਖ ਜਥੇਬੰਦੀਆਂ ਤੇ ਹੀ ਹੋਇਆ। ਨਿਰੰਕਾਰੀਆਂ ਤੇ ਸਿੱਖ ਜਥੇਬੰਦੀਆਂ ਦੇ ਵਿੱਚ ਟਕਰਾਅ ਦਾ ਜਿਹੜਾ ਇਤਿਹਾਸ ਹੈ ਉਹ ਪੁਰਾਣਾ ਸੀ ਕਿਉਂਕਿ ਦੋਵਾਂ ਦੇ ਵਿੱਚ ਵਿਚਾਰਕ ਮਤਭੇਦ ਤਾਂ 1940 ਦੇ ਦਹਾਕੇ ਤੋਂ ਹੀ ਸ਼ੁਰੂ ਹੋ ਚੁੱਕੇ ਸਨ, ਲੇਕਿਨ 1978 ਆਉਂਦਿਆਂ ਇਹ ਵਿਚਾਰਕ ਮਤਭੇਦ ਇੱਕ ਖੂਨੀ ਸੰਘਰਸ਼ ਵਿੱਚ ਤਬਦੀਲ ਹੋ ਗਏ। ਇਸ ਤੋਂ ਪਹਿਲਾਂ ਦੇ ਕੁਝ ਸਾਲ ਤੇ ਕੁਝ ਮਹੀਨਿਆਂ ਦੇ ਦੌਰਾਨ ਵੀ ਬਹੁਤ ਸੀ ਐਸੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਜਿਸ ਵਿੱਚ ਕਿ ਨਿਰੰਕਾਰੀਆਂ ਦੇ ਖਿਲਾਫ ਸਿੱਖ ਜਥੇਬੰਦੀਆਂ ਨੇ ਨਾ ਸਿਰਫ ਵਿਰੋਧ ਦਰਜ ਕਰਾਇਆ ਬਲਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇੱਥੋਂ ਤੱਕ ਚੇਤਾਇਆ ਸੀ ਵੀ ਇਸ ਕਿਸਮ ਦੇ ਸਮਾਗਮਾਂ ਨੂੰ ਰੋਕਿਆ ਜਾਵੇ। ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ 1978 ਨੂੰ ਜਿਹੜਾ ਇੱਕ ਸਮਾਗਮ ਹੋਣਾ ਸੀ ਉਹ ਵੀ ਇੱਕ ਅਜਿਹਾ ਹੀ ਸਮਾਗਮ ਸੀ ਜਿਸ ਵਿੱਚ ਕਿ ਨਿਰੰਕਾਰੀਆਂ ਵੱਲੋਂ ਆਪਣਾ ਕਨਵੈਨਸ਼ਨ ਜਿਹੜੀ ਕੀਤੀ ਜਾ ਰਹੀ ਸੀ ਅੰਮ੍ਰਿਤਸਰ, ਉਸ ਦਾ ਭਰਪੂਰ ਵਿਰੋਧ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ। ਸਿੱਖ ਜਥੇਬੰਦੀਆਂ ਅਤੇ ਨਿਰੰਕਾਰੀਆਂ ਦੇ ਵਿੱਚ ਵਿਚਾਰਕ ਮਤਭੇਦ ਕਈ ਦਹਾਕਿਆਂ ਤੋਂ ਤੁਰੇ ਆ ਰਹੇ ਸਨ। 1940 ਦੇ ਦਹਾਕੇ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਸੀ। ਜੋ ਵੀ ਫਲਸਫਾ ਨਿਰੰਕਾਰੀ ਬਾਬਿਆਂ ਵੱਲੋਂ ਜਾਂ ਉਹਨਾਂ ਦੇ ਪੈਰੋਕਾਰਾਂ ਵੱਲੋਂ ਹਮੇਸ਼ਾ ਹੀ ਆਪਣੇ ਪ੍ਰਵਚਨਾਂ ਦੇ ਵਿੱਚ ਜਾਂ ਆਪਣੇ ਕਨਵੈਨਸ਼ਨਸ ਦੇ ਵਿੱਚ ਦਿੱਤਾ ਜਾਂਦਾ ਰਿਹਾ, ਉਸ ਦੇ ਵਿੱਚ ਕਿਤੇ ਨਾ ਕਿਤੇ ਸਿੱਖ ਗੁਰੂਆਂ ਜਾਂ ਸਿੱਖ ਮਰਿਆਦਾਵਾਂ ਦੇ ਪ੍ਰਤੀ ਇੱਕ ਐਸੀ ਹੀਨ ਭਾਵਨਾ ਦੇਖੀ ਗਈ, ਸਮਝੀ ਗਈ ਜਾਂ ਮਹਿਸੂਸ ਕੀਤੀ ਗਈ। ਇਸੇ ਉੱਤੇ ਇਤਰਾਜ਼ ਵੀ ਹਮੇਸ਼ਾ ਰਹੇ। ਲੇਕਿਨ ਸਾਲ 1978 ਮਹੀਨਾ ਅਪ੍ਰੈਲ ਵਿਸਾਖੀ ਦੇ ਦਿਨ ਇਹ ਜਿਹੜੀ ਪੂਰੀ ਘਟਨਾਕ੍ਰਮ ਸੀ ਇਹ ਇੱਕ ਵੱਖਰੇ ਖੂਨੀ ਸੰਘਰਸ਼ ਵਿੱਚ ਤਬਦੀਲ ਹੋ ਗਿਆ। ਉਸ ਵਕਤ ਜਦੋਂ ਕਿ ਅਖੰਡ ਕੀਰਤਨੀ ਜੱਥਾ ਅਤੇ ਭਿੰਡਰਾਂ ਜੱਥਾ ਯਾਨੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੋ ਕਿ ਦਮਦਮੀ ਟਕਸਾਲ ਦੇ ਮੁਖੀ ਸਨ, ਉਹਨਾਂ ਵੱਲੋਂ ਅਖੰਡ ਕੀਰਤਨੀ ਜੱਥੇ ਨਾਲ ਰਲ ਕੇ ਇੱਕ ਰੋਸ ਮਾਰਚ ਜਿਹੜਾ ਸੀਗਾ ਉਹ ਨਿਰੰਕਾਰੀਆਂ ਦਾ ਜਿਹੜਾ ਸਮਾਗਮ ਉਸ ਵਕਤ ਅੰਮ੍ਰਿਤਸਰ ਦੇ ਵਿੱਚ ਚੱਲ ਰਿਹਾ ਸੀ ਉਸ ਵੱਲ ਲਿਜਾਏ ਜਾਣ ਦੀ ਗੱਲ ਕੀਤੀ ਗਈ। 13 ਅਪ੍ਰੈਲ 1978 ਦਾ ਘਟਨਾਕ੍ਰਮ ਕਾਫੀ ਮਹੱਤਵਪੂਰਨ ਸੀ। ਭਾਈ ਫੌਜਾ ਸਿੰਘ ਜੋ ਕਿ ਅਖੰਡ ਕੀਰਤਨੀ ਜੱਥੇ ਨੂੰ ਲੀਡ ਕਰ ਰਹੇ ਸਨ, ਇਸ ਦੇ ਨਾਲ ਹੀ ਭਿੰਡਰਾਂ ਜੱਥਾ ਦੇ ਵੀ ਬਹੁਤ ਸੇ ਐਸੇ ਟਕਸਾਲੀ ਸਨ ਜੋ ਕਿ ਇਸ ਰੋਸ ਮਾਰਚ ਦੇ ਵਿੱਚ ਉਸ ਕਨਵੈਨਸ਼ਨ ਵੱਲ ਜਾਂ ਉਸ ਥਾਂ ਵੱਲ ਜਾਣਾ ਚਾਹ ਰਹੇ ਸਨ ਜਿਸ ਦੇ ਵਿੱਚ ਕਿ ਨਿਰੰਕਾਰੀਆਂ ਦਾ ਸਮਾਗਮ ਚੱਲ ਰਿਹਾ ਸੀ। ਉਹਨਾਂ ਨੂੰ ਇਸ ਥਾਂ ਤੋਂ ਪਹੁੰਚਣ ਤੋਂ ਰੋਕਿਆ ਗਿਆ। ਇਸ ਤੋਂ ਕੁਝ ਦੇਰ ਪਹਿਲਾਂ ਹੀ ਲਾਊਡ ਸਪੀਕਰਾਂ ਦੇ ਜ਼ਰੀਏ ਜੋ ਵੀ ਆਵਾਜ਼ਾਂ ਨਿਰੰਕਾਰੀਆਂ ਦੇ ਕਨਵੈਨਸ਼ਨ ਜਾਂ ਸਮਾਗਮ ਤੋਂ ਆ ਰਹੀਆਂ ਸਨ ਉਹਨਾਂ ਦੇ ਉੱਤੇ ਇਤਰਾਜ਼ ਜਿਹੜਾ ਸੀ ਉਹ ਇਹਨਾਂ ਜਥੇਬੰਦੀਆਂ ਯਾਨੀ ਕਿ ਅਖੰਡ ਕੀਰਤਨੀ ਜੱਥੇ ਅਤੇ ਭਿੰਡਰਾਂ ਜੱਥੇ ਵੱਲੋਂ ਜਤਾਇਆ ਗਿਆ ਸੀ। ਇਸ ਤੋਂ ਕੁਝ ਦਿਨ ਪਹਿਲਾਂ ਤੇ ਹਫ਼ਤਿਆਂ ਦਾ ਘਟਨਾਕ੍ਰਮ ਵੀ ਬਹੁਤ ਧਿਆਨ ਦੇਣ ਯੋਗ ਹੈ ਕਿਉਂਕਿ ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਜਥੇਬੰਦੀਆਂ ਵੱਲੋਂ ਇਹ ਤਾੜਨਾ ਦਿੱਤੀ ਗਈ ਸੀ ਵੀ ਨਿਰੰਕਾਰੀ ਸਮਾਗਮ ਅੰਮ੍ਰਿਤਸਰ ਵਿੱਚ ਜੇ ਹੋਏਗਾ ਤਾਂ ਉਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਤੇ ਇਸ ਸਮਾਗਮ ਨੂੰ ਰੱਦ ਕੀਤਾ ਜਾਏ, ਇਸ ਨੂੰ ਆਯੋਜਿਤ ਕੀਤੇ ਜਾਣ ਦੀ ਅਨੁਮਤੀ ਨਾ ਦਿੱਤੀ ਜਾਏ। ਇਹ ਲਗਾਤਾਰ ਸਿੱਖ ਜਥੇਬੰਦੀਆਂ ਦੀ ਮੰਗ ਸੀ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਵੀ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਤੇ ਨਿਰੰਕਾਰੀਆਂ ਦਾ ਜਿਹੜਾ ਸਮਾਗਮ ਸੀ ਉਹ ਚੱਲਦਾ ਰਿਹਾ। ਇਹ ਧਿਆਨ ਦੇਣ ਯੋਗ ਹੈ ਕਿ ਇਸ ਵਕਤ ਸਾਲ 1978 ਤੋਂ ਇੱਕ ਸਾਲ ਪਹਿਲਾਂ 1977 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਦਲ ਚੁੱਕੀ ਸੀ। ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਅਕਾਲੀ ਦਲ ਤੇ ਜਨਸੰਘ ਜਨਤਾ ਪਾਰਟੀ ਦੇ ਨਾਲ ਮਿਲ ਕੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਉਸ ਵਕਤ ਸੀ। ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਵੀ ਸਨ। ਸੋ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਮੌਕੇ ਹੀ ਇਹ ਪੂਰਾ ਕਾਂਡ ਹੋਇਆ। ਲਗਭਗ ਇਹ ਇਸ ਪੂਰੇ 1978 ਦੇ ਕਾਂਡ ਦੀ ਆਪਾਂ ਤੁਲਨਾ ਜੇ ਸਾਲ 2015 ਦੇ ਨਾਲ ਬੇਅਦਬੀਆਂ ਦੀ ਉਸ ਘਟਨਾ ਦੇ ਨਾਲ ਕਰੀਏ ਜਿਸ ਦੌਰਾਨ ਡੇਰੇ ਸੱਚੇ ਸੌਦੇ ਦੇ ਬਹੁਤ ਸੀ ਐਸੀ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਤੇ ਬਾਅਦ ਦੇ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਤੋਂ ਲੈ ਕੇ ਉਹ ਖੂਨੀ ਸੰਘਰਸ਼ ਤੱਕ ਹੋਇਆ ਜਿਸ ਵਿੱਚ ਕੁਝ ਸਿੰਘ ਮਾਰੇ ਗਏ। ਲੇਕਿਨ 13 ਅਪ੍ਰੈਲ 1978 ਦਾ ਨਿਰੰਕਾਰੀ ਕਾਂਡ ਇੱਕ ਬਹੁਤ ਵੱਡਾ ਕਾਂਡ ਸੀ ਜਦੋਂ ਅਖੰਡ ਕੀਰਤਨੀ ਜੱਥਾ ਅਤੇ ਭਿੰਡਰਾਂ ਜੱਥਾ ਦੇ ਜਿਹੜੇ ਸਮਰਥਕ ਸਨ, ਅਨੁਯਾਈ ਸਨ, ਟਕਸਾਲੀ ਵਿੱਚ ਸ਼ਾਮਲ ਸਨ, ਕਰੀਬਨ 200 ਦੇ ਕਰੀਬ ਲੋਕ ਸਨ ਜੋ ਕਿ ਉਸ ਥਾਂ ਦੇ ਨੇੜੇ ਪਹੁੰਚ ਗਏ ਜਿੱਥੇ ਕਿ ਨਿਰੰਕਾਰੀ ਸਮਾਗਮ ਚੱਲ ਰਿਹਾ ਸੀ। ਉੱਥੇ ਉਹਨਾਂ ਨੂੰ ਪੁਲਿਸ ਵੱਲੋਂ ਰੋਕ ਲਿਆ ਜਾਂਦਾ ਹੈ।
ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਉੱਥੇ ਦੇ ਸਥਾਨਕ ਜਿਹੜੇ ਮੌਕੇ ਦੇ ਅਫਸਰ ਇੱਕ ਡੀਐਸਪੀ ਪੱਧਰ ਦੇ ਅਧਿਕਾਰੀ ਹੁੰਦੇ ਨੇ, ਉਹ ਇਹਨਾਂ ਸਿੰਘਾਂ ਨੂੰ ਸਮਝਾਉਂਦੇ ਨੇ ਵੀ ਤੁਸੀਂ ਆਪਣਾ ਵਿਰੋਧ ਪ੍ਰਦਰਸ਼ਨ ਨਾ ਕਰੋ ਤੇ ਇਹ ਜਿਹੜਾ ਕਨਵੈਨਸ਼ਨ ਹੋ ਰਹੀ ਹੈ, ਜਿਹੜਾ ਸਮਾਗਮ ਹੋ ਰਿਹਾ ਹੈ, ਇਹ ਆਲਮੋਸਟ ਖਤਮ ਹੋ ਚੁੱਕਾ ਹੈ ਤੇ ਮੈਂ ਇਸ ਨੂੰ ਬੰਦ ਕਰਾਏ ਜਾਣ ਦੀ ਬੇਨਤੀ ਜਾ ਕੇ ਅੰਦਰ ਕਰਦਾ ਹੈ। ਉਸ ਤੋਂ ਬਾਅਦ ਪੁਲਿਸ ਜਿਹੜਾ ਅਫਸਰ ਹੈ ਉਹ ਨਿਰੰਕਾਰੀਆਂ ਦੀ ਕਨਵੈਨਸ਼ਨ ਦੇ ਅੰਦਰ ਚਲਾ ਜਾਂਦਾ ਹੈ, ਯਾਨੀ ਕਿ ਉਸ ਪੰਡਾਲ ਦੇ ਅੰਦਰ ਚਲਾ ਜਾਂਦਾ ਹੈ। ਕੁਝ ਦੇਰ ਬਾਅਦ ਉਹ ਵਾਪਸ ਆਉਂਦਾ ਹੈ, ਲੇਕਿਨ ਉਹ ਜਿਹੜਾ ਕਨਵੈਨਸ਼ਨ ਹੈ, ਸਮਾਗਮ ਹੈ, ਉਹ ਬੰਦ ਨਹੀਂ ਹੋਇਆ ਹੁੰਦਾ। ਲਾਊਡ ਸਪੀਕਰ ਤੇ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ। ਸੋ ਇਸ ਪੂਰੀ ਸਥਿਤੀ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਵਾਚਣ ਤੋਂ ਬਾਅਦ ਅਖੰਡ ਕੀਰਤਨੀ ਜੱਥਾ ਅਤੇ ਪਿੰਡਰਾਂ ਜੱਥੇ ਦੇ ਜਿਹੜੇ ਕਾਰਕੂਨ ਹੁੰਦੇ ਨੇ ਉਹ ਥੋੜੇ ਜਿਹੇ ਅਗਰੈਸਿਵ ਹੋਣਾ ਸ਼ੁਰੂ ਹੁੰਦੇ ਨੇ ਜਾਂ ਉਹ ਇਸ ਚੀਜ਼ ਦਾ ਵਿਰੋਧ ਪੁਲਿਸ ਤੋਂ ਦਰਜ ਕਰਾਉਣਾ ਚਾਹੁੰਦੇ ਨੇ, ਜੋ ਕਿ ਉਹਨਾਂ ਦੀ ਗੱਲਬਾਤ ਉੱਤੇ ਸਿਰਫ ਇੱਕ ਲਿਪ ਸਰਵਿਸ ਦੇ ਰਹੀ ਹੁੰਦੀ ਹੈ। ਇਸ ਗੱਲ ਉੱਤੇ ਅਖੰਡ ਕੀਰਤਨੀ ਜੱਥੇ ਅਤੇ ਪਿੰਡਰਾਂ ਜੱਥੇ ਵੱਲੋਂ ਇਤਰਾਜ਼ ਜਤਾਇਆ ਜਾਂਦਾ ਵੀ ਪੁਲਿਸ ਉਹਨਾਂ ਨੂੰ ਗੱਲਾਂ ਬਾਤਾਂ ਵਿੱਚ ਲਾ ਕੇ ਇਸ ਕਨਵੈਨਸ਼ਨ ਜਾਂ ਸਮਾਗਮ ਨੂੰ ਬਿਲਕੁਲ ਵੀ ਰੋਕਣ ਦੇ ਮੂਡ ਵਿੱਚ ਨਹੀਂ ਹੈ। ਥੋੜੇ ਜਿਹੇ ਐਗਰੈਸਿਵ ਹੁੰਦਿਆਂ ਵੇਖ ਕੇ ਨਿਰੰਕਾਰੀ ਜਿਹੜਾ ਸਮਾਗਮ ਹੁੰਦਾ ਉਸ ਦੇ ਵਿੱਚੋਂ ਕਈ ਹਥਿਆਰਬੰਦ ਜਿਹੜੇ ਉਹਨਾਂ ਦੇ ਕਾਰਕੂਨ ਹੁੰਦੇ ਨੇ, ਨਿਰੰਕਾਰੀਆਂ ਦੇ ਸਮਰਥਕ ਹੁੰਦੇ ਨੇ, ਉਹ ਆਉਂਦੇ ਨੇ ਤੇ ਉਸ ਦੌਰਾਨ ਇੱਥੇ ਇੱਕ ਹਿੰਸਕ ਤੇ ਖੂਨੀ ਝੜਪ ਹੁੰਦੀ ਹੈ। ਗੋਲੀਬਾਰੀ ਸ਼ੁਰੂ ਹੋ ਜਾਂਦੀ ਹੈ ਦੋਵੇਂ ਪਾਸਿਓਂ ਤੇ ਬਹੁਤ ਸੀ ਗੋਲੀਆਂ ਜਿਹੜੀਆਂ ਹੈ ਉਹ ਨਿਰੰਕਾਰੀ ਜਿਹੜੇ ਸਵਾਸਾ ਹੁੰਦਾ ਉੱਧਰੋਂ ਚਲਾਈਆਂ ਜਾਂਦੇ ਨੇ। ਪੁਲਿਸ ਵੱਲੋਂ ਵੀ ਹਾਲਾਂਕਿ ਪੂਰੀ ਸਥਿਤੀ ਨੂੰ ਕਾਬੂ ਕਰਨ ਦੀ ਇਸ ਅਖੀਰੀ ਮੌਕੇ ਕੋਸ਼ਿਸ਼ ਹੁੰਦੀ ਹੈ, ਲੇਕਿਨ ਉਹ ਨਾਕਾਮਯਾਬ ਹੁੰਦੀ ਹੈ ਤੇ ਇਸ ਖੂਨੀ ਸੰਘਰਸ਼ ਦੇ ਵਿੱਚ 16 ਲੋਕ ਮਾਰੇ ਜਾਂਦੇ ਨੇ, ਤਕਰੀਬਨ 80 ਦੇ ਆਸ-ਪਾਸ ਲੋਕ ਘਾਇਲ ਹੁੰਦੇ ਨੇ ਤੇ ਭਾਈ ਫੌਜਾ ਸਿੰਘ ਜਿਨ੍ਹਾਂ ਨੇ ਕਿ ਇਸ ਪੂਰੇ ਰੋਸ ਮਾਰਚ ਦੀ ਅਗਵਾਈ ਕੀਤੀ ਹੁੰਦੀ ਹੈ, ਉਹਨਾਂ ਨੂੰ ਗੋਲੀ ਲੱਗਦੀ ਹੈ। ਤਕਰੀਬਨ ਅੱਧਾ ਘੰਟਾ ਤੱਕ ਉਹਨਾਂ ਨੂੰ ਵੀ ਉਪਚਾਰ ਨਹੀਂ ਮੁਹੱਈਆ ਹੋ ਪਾਉਂਦਾ। ਉਹਨਾਂ ਨੂੰ ਵੀ ਮਿਲਣ ਤੋਂ ਪੁਲਿਸ ਵਾਲੇ ਜਿਹੜੇ ਉੱਥੇ ਮੌਕੇ ਤੇ ਹੁੰਦੇ ਨੇ ਉਹ ਰੋਕਦੇ ਨੇ, ਕਿਉਂਕਿ ਉਸ ਵਕਤ ਐਸਾ ਉਥਲ-ਪੁਥਲ ਇਸ ਪੂਰੇ ਘਟਨਾ ਸਥਲ ਤੇ ਮਚੀ ਹੁੰਦੀ ਹੈ, ਗੋਲੀਆਂ ਚੱਲ ਰਹੀਆਂ ਹੁੰਦੀਆਂ, ਹਿੰਸਾ ਜਾਰੀ ਹੁੰਦੀ ਹੈ। ਸਮਝਿਆ ਵੀ ਜਾਂਦਾ ਵੀ ਇਸ ਪੂਰੇ तमाम ਹਿੰਸਾ ਦੇ ਬਾਵਜੂਦ ਵੀ ਜਿਹੜਾ ਸਮਾਗਮ ਹੈ ਉਸ ਨੂੰ ਅੱਗੇ ਵਧਣ ਦਿੱਤਾ ਜਾਂਦਾ ਹੈ। ਉਸ ਦੇ ਵਿੱਚ ਕੋਈ ਵੀ ਰੋਕ ਟੋਕ ਜਾਂ ਉਸ ਨੂੰ ਮੌਕੇ ਤੇ ਬੰਦ ਕਰਾਏ ਜਾਣ ਦੀਆਂ ਕੋਸ਼ਿਸ਼ਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹੀਂ ਹੁੰਦੀਆਂ। ਸੋ ਇੱਕ ਐਸਾ ਖੂਨੀ ਸਾਕਾ ਵਾਪਰ ਜਾਂਦਾ ਹੈ ਜਿਸ ਨੇ ਕਿ ਪੰਜਾਬ ਦੀ ਇਤਿਹਾਸ ਦੀ ਨੁਹਾਰ ਬਦਲ ਕੇ ਰੱਖ ਦੇਣੀ ਹੁੰਦੀ ਹੈ। ਇੱਕ ਐਸਾ ਟਰਨਿੰਗ ਪੁਆਇੰਟ ਸੀਗਾ ਨਿਰੰਕਾਰੀ ਕਾਂਡ, ਐਸਾ ਟਰਨਿੰਗ ਪੁਆਇੰਟ ਸੀ ਜਿਸ ਤੋਂ ਬਾਅਦ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਪੂਰੇ ਲਾਈਮਲਾਈਟ ਦੇ ਵਿੱਚ ਵੀ ਆਉਂਦੇ ਨੇ, ਕਿਉਂਕਿ ਇਹ ਉਹ ਮੌਕਾ ਹੁੰਦਾ ਜਦੋਂ ਕਿ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਕਿਤੇ ਨਾ ਕਿਤੇ ਜੋ ਸਿਆਸੀ ਪੱਖ ਦੇ ਲੋਕ ਹੁੰਦੇ ਨੇ ਉਹ ਨਿਰੰਕਾਰੀਆਂ ਦੇ ਹੱਕ ਵਿੱਚ ਭੁਗਤਦੇ ਨਜ਼ਰ ਆ ਰਹੇ ਹੁੰਦੇ ਨੇ, ਕਿਉਂਕਿ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ। ਉਸ ਵਕਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਲਾਂਕਿ ਪੰਜਾਬ ਵਿੱਚ ਨਹੀਂ ਹੁੰਦੇ, ਉਹ ਬੰਬੇ ਹੁੰਦੇ ਨੇ। ਬੰਬੇ ਤੋਂ ਇਸ ਘਟਨਾ ਤੋਂ ਬਾਅਦ, ਇਸ ਪੂਰੇ ਖੂਨੀ ਸਾਕੇ ਤੋਂ ਬਾਅਦ ਉਹ ਤੁਰੰਤ ਪੰਜਾਬ ਵਿੱਚ ਵਾਪਸ ਪਰਤਦੇ ਨੇ, ਲੇਕਿਨ ਇੱਥੇ ਸਥਿਤੀ ਜਿਹੜੀ ਹੈ ਉਹ ਖਰਾਬ ਹੁੰਦੀ ਜਾ ਰਹੀ ਹੁੰਦੀ ਹੈ। ਇਸ ਤੋਂ ਬਾਅਦ ਇੱਕ ਲੰਬਾ ਚੌੜਾ ਦੌਰ ਹੁੰਦਾ ਜਿਸ ਵਿੱਚ ਕਿ ਨਿਰੰਕਾਰੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਉਹ ਜਿਹੜੀ ਟਾਰਗੇਟਿੰਗ ਨਿਰੰਕਾਰੀਆਂ ਨੂੰ ਨਿਸ਼ਾਨਾ ਬਣਾਈ ਜਾਂਦੀ ਹੁੰਦੀ ਹੈ ਉਹ ਜ਼ਿਆਦਾਤਰ ਬੱਬਰ ਖਾਲਸਾ ਤੇ ਬੱਬਰਾਂ ਵੱਲੋਂ ਵਿੱਢੀ ਗਈ ਹੁੰਦੀ ਹੈ। ਆਉਣ ਵਾਲੇ ਕਈ ਮਹੀਨਿਆਂ ਤੇ ਕਈ ਸਾਲਾਂ ਦੇ ਵਿੱਚ ਨਿਰੰਕਾਰੀ ਸਮਰਥਕਾਂ ਤੇ ਨਿਰੰਕਾਰੀ ਆਗੂਆਂ ਤੇ ਕਈ ਹਿੰਸਕ ਤੇ ਖੂਨੀ ਹਮਲੇ ਹੋਣੇ ਹੁੰਦੇ ਨੇ, ਜਿਨ੍ਹਾਂ ਨੂੰ ਕਿ ਬੱਬਰ ਖਾਲਸਾ ਵੱਲੋਂ ਲਾਂਚ ਕੀਤਾ ਜਾਂਦਾ ਹੈ। ਸੁਖਦੇਵ ਸਿੰਘ ਬੱਬਰ ਜੋ ਕਿ ਬਾਅਦ ਦੇ ਵਿੱਚ ਬੱਬਰ ਖਾਲਸਾ ਦੇ ਮੁਖੀ ਵੀ ਬਣੇ, ਉਹਨਾਂ ਵੱਲੋਂ ਨਿਰੰਕਾਰੀਆਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ। ਲੇਕਿਨ 13 ਅਪ੍ਰੈਲ 1978 ਦੀ ਇੱਕ ਘਟਨਾ ਪੰਜਾਬ ਦੇ ਇਤਿਹਾਸਿਕ ਮਾਨਚਿੱਤਰ ਦੇ ਉੱਤੇ ਇੱਕ ਐਸਾ ਕਾਲਾ ਧੱਬਾ ਛੱਡ ਗਈ ਹੁੰਦੀ ਹੈ, ਇੱਕ ਐਸਾ ਇਲਜ਼ਾਮ ਛੱਡ ਗਈ ਹੁੰਦੀ ਹੈ ਤਤਕਾਲੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਉੱਤੇ, ਜਿਸ ਤਹਿਤ ਕਿ ਸਰਕਾਰ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪੂਰੀ ਸਥਿਤੀ ਨੂੰ ਅਵੋਇਡ ਕਰਨ ਲਈ ਜਾਂ ਇਸ ਸਥਿਤੀ ਨੂੰ ਨਾ ਹੋਣ ਦੇਣ ਲਈ ਕੁਝ ਵੀ ਨਹੀਂ ਕੀਤਾ, ਉਲਟਾ ਨਿਰੰਕਾਰੀਆਂ ਦਾ ਪੱਖ ਪੂਰਦੇ ਹੋਏ ਨਜ਼ਰ ਆਏ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਕ੍ਰਿਟਿਸਿਜ਼ਮ ਇਸ ਵਾਸਤੇ ਵੀ ਹੁੰਦਾ ਹੈ ਕਿ ਜਦੋਂ ਇਹ ਪੂਰਾ ਖੂਨੀ ਸਾਕਾ ਹੋ ਜਾਂਦਾ ਹੈ, ਇਹ ਘਟਨਾਕ੍ਰਮ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦਾ ਉਸ ਵਕਤ ਜਿਹੜਾ ਕ੍ਰਿਟਿਸਿਜ਼ਮ ਹੈ ਉਹ ਇਸ ਗੱਲ ਨੂੰ ਲੈ ਕੇ ਵੀ ਹੋਇਆ ਜਦੋਂ ਨਿਰੰਕਾਰੀਆਂ ਦੇ ਪ੍ਰਕਾਸ਼ ਸਿੰਘ ਬਾਦਲ ਦਾ ਕ੍ਰਿਟਿਸਿਜ਼ਮ ਉਸ ਵਕਤ ਵੀ ਖੂਬ ਹੋਇਆ ਜਦੋਂ ਕਿ ਇਸ ਪੂਰੇ ਘਟਨਾਕ੍ਰਮ, ਇਸ ਖੂਨੀ ਸਾਕੇ ਤੋਂ ਬਾਅਦ, ਇੰਨੇ ਸਿੰਘਾਂ ਦੇ ਮਾਰੇ ਜਾਣ ਤੋਂ ਬਾਅਦ, ਇਸ ਖੂਨੀ ਸੰਘਰਸ਼ ਤੋਂ ਬਾਅਦ ਕਿਸੇ ਵੀ ਨਿਰੰਕਾਰੀ ਵੱਡੇ ਆਗੂ ਨੂੰ ਹੱਥ ਨਹੀਂ ਪਾਇਆ ਜਾਂਦਾ ਤੇ ਬਾਬਾ ਗੁਰਬਚਨ ਸਿੰਘ ਜਿਹੜੇ ਕਿ ਨਿਰੰਕਾਰੀਆਂ ਦੇ ਮੁਖੀ ਹੁੰਦੇ ਨੇ, ਜੋ ਕਿ ਉਸ ਵਕਤ ਅੰਮ੍ਰਿਤਸਰ ਦੇ ਵਿੱਚ ਉਸ ਸਮਾਗਮ ਦੇ ਵਿੱਚ ਮੌਜੂਦ ਹੁੰਦੇ ਨੇ, ਉਹਨਾਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦਿੱਲੀ ਨਿਕਲਣ ਦਿੱਤਾ ਜਾਂਦਾ ਹੈ। ਪੂਰਾ ਪੰਜਾਬ ਉਹ ਪਾਰ ਕਰਕੇ ਦਿੱਲੀ ਪਹੁੰਚ ਜਾਂਦੇ ਨੇ। ਸੋ ਇਹ ਚੀਜ਼ ਹਮੇਸ਼ਾ ਤੌਮਤ ਪ੍ਰਕਾਸ਼ ਸਿੰਘ ਬਾਦਲ ਸਰਕਾਰ ਉੱਤੇ ਉਹਨਾਂ ਦਿਨਾਂ ਦੇ ਵਿੱਚ ਲੱਗਣੀ ਸ਼ੁਰੂ ਹੋਈ। ਇੱਕ ਵੱਡਾ ਇਲਜ਼ਾਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸਰਕਾਰ ਉੱਤੇ ਲੱਗਦਾ ਹੈ ਉਹ ਇਹ ਹੁੰਦਾ ਹੈ ਕਿ ਨਿਰੰਕਾਰੀਆਂ ਦੇ ਹੱਕ ਵਿੱਚ ਸਮਰਥਨ ਦੇ ਵਿੱਚ ਉਹ ਭੁਗਤਦੇ ਰਹੇ ਹੁੰਦੇ ਨੇ, ਕਿਉਂਕਿ ਇੱਕ ਭਾਈਵਾਲੀ ਦੀ ਸਰਕਾਰ ਹੁੰਦੀ ਹੈ, ਜਨਸੰਘ ਦੇ ਨਾਲ ਇੱਕ ਭਾਈਵਾਲੀ ਹੁੰਦੀ ਹੈ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀਆਂ ਦੀ। ਉਸ ਸਥਿਤੀ ਦੇ ਵਿੱਚ ਉਹ ਜ਼ਿਆਦਾ ਕੁਝ ਜਾਂ ਜਿਹੜਾ ਸਖਤ ਰਵੱਈਆ ਨਿਰੰਕਾਰੀਆਂ ਜਾਂ ਡੇਰੇ ਦੇ ਖਿਲਾਫ ਨਹੀਂ ਲੈ ਪਾ ਰਹੇ ਹੁੰਦੇ, ਕਿਉਂਕਿ ਨਿਰੰਕਾਰੀਆਂ ਦੀਆਂ ਵੋਟਾਂ ਕਿਤੇ ਨਾ ਕਿਤੇ ਕਾਫੀ ਅਹਿਮ ਤੇ ਕਾਫੀ ਜ਼ਿਆਦਾ ਪਿਆਰੀਆਂ ਹੁੰਦੀਆਂ ਨੇ। ਇਹ ਇਲਜ਼ਾਮ ਬਾਅਦ ਦੇ ਵਿੱਚ 2000 ਆਉਂਦਿਆਂ ਡੇਰਾ ਸੱਚਾ ਸੌਦਾ ਦੇ ਸੰਦਰਭ ਦੇ ਵਿੱਚ ਵੀ ਅਕਾਲੀ ਦਲ ਉੱਤੇ ਲੱਗਦੇ ਰਹੇ ਨੇ, ਲੇਕਿਨ ਅਸੀਂ
ट्रेस बैक कर रहे हैं 1978 तक, जिथे कि निरंकारियों के प्रति एक सॉफ्ट कॉर्नर या एक बहुत ही नरम रुख अपनाया जाने का इल्ज़ाम उस वक्त की तत्काली सरकार उत्ते लगा सी। यही वो मौका सी जदों संत जरनैल सिंह भिंडरांवाले भी पूरी स्थिति दे विच उभरदे ने, क्योंकि इस तो पहला, इस घटना तो पहला संत जरनैल सिंह भिंडरांवाले एक प्रचारक के रूप में पंजाब दे विच विचर रहे हुंदे ने। इस घटनाक्रम तो कुछ महीने पहला यानी कि अगस्त 1977 के विच ही संत जरनैल सिंह भिंडरांवाला होना ने दमदमी टकसाल की कमान अपने हथ लई हुंदी है। उन्होंने संत करतार सिंह तो बाद दमदमी टकसाल का मुखी बनाया गया हुंदा है। संत जरनैल सिंह भिंडरांवाला एक प्रचारक हुंदे ने ते उन्होंने सियासी जिहड़ी घटनाक्रम या जो भी कुछ हो रहा हुंदा उस दे विच अपनी ज़्यादा इनवॉल्वमेंट नहीं रखी हुंदी। वो एक प्रचार दे विच अपने आप नूं रखन ते महदूद रखन वाले एक धार्मिक प्रचारक हुंदे ने, इस तो बाद वो कुछ नहीं हुंदे। लेकिन 13 अप्रैल 1978 के इस निरंकारी कांड तो बाद संत जरनैल सिंह भिंडरांवाला वाहद एक ऐसे आगू के रूप में सामने आते हैं। वो धार्मिक आगू की ही एक बाणे दे विच या भेसभूषा दे विच हुंदे ने, लेकिन वो एक ऐसे आगू के रूप में उभर के सामने आते हैं जो कि इस वक्त निरंकारियों का पुरजोर विरोध करता है। तो उन्होंने सिख जथेबंदियां या वो सिंह जिहड़े कि मारे गए उन्हों के वलुंदरे हुए जिहड़े जज्बात है उन्होंने काफ़ी हद तक मल्लम लाने का काम करता है। यही एक क्रिटिकल पॉइंट ते टर्निंग पॉइंट हुंदा जदों कि संत जरनैल सिंह भिंडरांवाला का जिहड़ा उभार है वो पंजाब की पंथक पॉलिटिक्स के विच शुरू हुंदा है, क्योंकि वो एक ऐसी वड्डी स्पेस हुंदी है जिस विच कि अकाली दल, प्रकाश सिंह बादल जो कि भारतीय जनता पार्टी या उस वक्त जिहड़ी जनसंघ हुंदी सी उस दे नाल भाईवाली च हुंदा है। निरंकारियों के खिलाफ कोई भी सख्त जिहड़ा रवैया है वो अपनाउण तो प्रकाश सिंह बादल की सरकार मुनकर हुंदी हुई नज़र आ रही हुंदी है। बाबा गुरबचन सिंह नूं पंजाब विचों बहुत सौखे तरीके नाल बाहर जान दिता जाता है। सो मच सो भी जिस दिन एक खूनी साका होया हुंदा है, एक कांड होया हुंदा है, उस वक्त भी बहुत से हथियारबंद निरंकारी जिहड़े समर्थक हैगे ने वो इस घटनाक्रम तो कई घंटे बाद तक ही उस पंडाल दे विच कन्वेंशन सेंटर या समागम दे जिहड़ा पंडाल हुंदा उत्थे रहिंदे ने। ते ये चीज़ उत्थे दे स्थानक पत्रकारां वल्लों डिस्ट्रिक्ट एडमिनिस्ट्रेशन के ध्यान विच भी लियाई जाती है, लेकिन किसी की कोई वड्डी गिरफ्तारी नहीं हुंदी। ते बहुत लंबे चौड़े संघर्षां तो बाद इस मामले दे विच एक FIR दर्ज की जाती है, केस रजिस्टर करके निरंकारी जिहड़े हमलावर सन उन्हां दी जिहड़ी पाल है वो पुलिस वालों शुरू की जाती है। इस तो आने वाले कुछ महीने होर भी टर्निंग पॉइंट्स लिया देने वाले होंगे ने, क्योंकि इस तो बाद वो जिहड़ा खूनी टकरा है वो वधना शुरू होया हुंदा है। एक शुरुआत हुंदी है, निरंकारी कांड एक शुरुआत है जिसने कि बाद दे विच साका नीला तारा दे विच जाके कलमिनेट करना हुंदा है। इस दी जिहड़ी चरम है वो साका नीला तारा होना हुंदा है। लेकिन 13 अप्रैल तो बाद सितंबर दे विच होर सूबियां दे विच, भारत के होर ऐसे राज्यों के विच भी निरंकारियां अते सिखां दे विच जिहड़ा टकरा है उसके कई सबब पैदा हुंदे ने। कानपुर दे विच सितंबर दे विच जदों बाबा गुरबचन जाते हैगे ने निरंकारी तो उन्हों का पुरजोर विरोध हुंदा है। तो उत्थे 25 सितंबर 1978 ਨੂੰ एक होर खूनी साका हुंदा है जिस विच करीबन एक दर्जन होर जिहड़े सिख ने वो भी गोली का ते उस हिंसा का शिकार हुंदे ने, क्योंकि ये सिख कानपुर दे विच विरोध कर रहे हुंदे ने निरंकारी समागमां दा। इसे तरीके नाल होर भी कई शहरां ते कई सूबिਆਂ दे विच निरंकारी समागमां दा विरोध होना शुरू हो जाता है। नवंबर आउंदियां आउंदियां जदों कि 4 नवंबर 1978 ਨੂੰ निरंकारियां दा जिहड़ा सालाना कन्वेंशन या समागम है वो दिल्ली दे विच होना हुंदा है, क्योंकि दिल्ली दे विच ही उन्होंने अपना हैडकुआटर ज़्यादातर रखा हुंदा है। उस वक्त दिल्ली दे विच भी एक खूनी संघर्ष हुंदा है ते दिल्ली अकाली दल के जिहड़े मुखी हुंदे ने अमरीक सिंह कोहली, उन्होंने इस पूरे विरोध प्रदर्शन के दौरान उस हिंसा का निशाना भी मानना पैंदा ते गोली भी वजदी है, जिस कारण उन्होंने मौत हुंदी है। सो एक बहुत लंबा चौड़ा जिहड़ा संघर्ष है वो निरंकारियों के खिलाफ शुरू हो चुका हुंदा है ते एक टकराव की स्थिति किते ना किते बन रही हुंदी है। ये भी समझ विच आ रहा हुंदा है भी भावें सूबा सरकार प्रकाश सिंह बादल की होवे या फिर केंद्र की इंदिरा गांधी या फिर उस तो पहली जिहड़ी जनता पार्टी की सरकार, क्योंकि उस वक्त ऐसा दौर सी जदों कि एमरजेंसी तो बाद जनता पार्टी की सरकार बन के आई सी, उन्होंने वालों हिमायत किते ना किते निरंकारियों नूं ही दित्ती जाती है। बाद दे विच यही रिवायत ते यही सिलसिला इंदिरा गांधी सरकार वेले भी कंटिन्यू रहा ते निरंकारियों नूं काफ़ी हद तक सपोर्ट ते जिहड़ा उन्हां दी जिहड़ी छत्र छाया या आशीर्वाद सी वो सरकारां दा प्राप्त हुंदा रहा। इस दे पिछे एक बहुत वड्डा रसूख सी निरंकारियों दा, बहुत वड्डे वड्डे लैंड बैंक्स उन्हां कोल सी, एक वोट बैंक भी उन्हां कोल सी। सो सारी पार्टियां इन्हां प्रभाव के तहत कि निरंकारियों के हत्थ विच बहुत सियां वोटां ने या फिर उन्हां कोल बहुत संसाधन हैगे ने, बहुत से लीडर पंजाब दे विच प्रकाश सिंह बादल तो लैके केंद्र दे विच इंदिरा गांधी तक या फिर उस तो विच दीयां जिहड़ियां जनता पार्टी की सरकार 1978 दे विच जिहड़ी रही हुंदी है उन्हां वल्लों भी निरंकारियों के खिलाफ कोई भी ऐसी गतिविधि या कोई भी ऐसा सख्त एक्शन नहीं लिया जाता।
ਇਹੀ ਉਹ ਸਮਾਂ ਹੁੰਦਾ ਹੈ, ਇਹੀ ਉਹ ਸਪੇਸ ਹੁੰਦਾ ਹੈ, ਉਹ ਵੈਕਿਊਮ ਹੁੰਦਾ ਹੈ, ਖੜਾ ਦੀ ਸਥਿਤੀ ਹੁੰਦੀ ਹੈ ਜਦੋਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਉਭਾਰ ਹੋ ਰਿਹਾ ਹੁੰਦਾ ਹੈ, ਕਿਉਂਕਿ ਉਹ ਆਪਣੀ ਸਪੀਚਾਂ ਦੇ ਵਿੱਚ ਇਸ 13 ਅਪ੍ਰੈਲ ਦੇ ਸਾਕੇ ਜਾਂ ਘਟਨਾਕ੍ਰਮ ਤੋਂ ਬਾਅਦ ਲਗਾਤਾਰ ਨਿਰੰਕਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਚੁੱਕੇ ਹੁੰਦੇ ਨੇ। ਗੁੱਸਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅਕਾਲੀਆਂ ਦੇ ਖਿਲਾਫ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਖਿਲਾਫ ਇਸ ਗੱਲ ਨੂੰ ਲੈ ਕੇ ਜ਼ਿਆਦਾ ਹੁੰਦਾ ਹੈ ਵੀ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਭੂਮਿਕਾ ਨਿਭਾਈ ਜਾਂ ਜਿਸ ਤਰੀਕੇ ਨਾਲ ਛਤਰਛਾਇਆ ਜਾਂ ਸੰਰਕਸ਼ਣ ਦੇ ਕੇ ਬਾਬਾ ਗੁਰਬਚਨ ਸਿੰਘ ਨੂੰ ਪੰਜਾਬ ਦੇ ਵਿੱਚੋਂ ਕੱਢ ਕੇ ਦਿੱਲੀ ਭੇਜ ਦਿੱਤਾ, ਕੋਈ ਵੀ ਜਿਹੜਾ ਸਖਤ ਐਕਸ਼ਨ ਨਿਰੰਕਾਰੀਆਂ ਦੇ ਖਿਲਾਫ ਨਹੀਂ ਲਿਆ, ਉਸ ਨੂੰ ਲੈ ਕੇ ਜਿਹੜੀ ਨਾਰਾਜ਼ਗੀ ਹੈ ਉਹ ਲਗਾਤਾਰ ਵੱਧਦੀ ਜਾਂਦੀ ਹੈ। ਇਹੀ ਕਾਰਨ ਹੁੰਦਾ ਵੀ 1979 ਦੇ ਵੀ ਜਦੋਂ ਕਿ SGPC ਦੀਆਂ ਚੋਣਾਂ ਆਉਂਦੀਆਂ ਨੇ, ਯਾਨੀ ਕਿ SGPC ਦੀ ਇਲੈਕਸ਼ਨ ਆਉਂਦੀ ਹੈ, ਉਸ ਵਿੱਚ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਆਪਣੇ ਜਿਹੜੇ ਸਮਰਥਕ ਹੁੰਦੇ ਨੇ ਜਾਂ ਆਪਣੇ ਜਿਹੜੇ ਕੈਂਡੀਡੇਟਸ ਉਮੀਦਵਾਰ ਹੁੰਦੇ ਨੇ ਉਹ ਅਕਾਲੀ ਦਲ ਦੇ ਖਿਲਾਫ ਹੀ ਉਤਾਰਦੇ ਨੇ ਤੇ ਫਿਰ ਬੇਸ਼ੱਕ ਇਸ ਲਈ ਉਹਨਾਂ ਨੂੰ ਕਾਂਗਰਸ ਦੀ ਜਿਹੜੀ ਸਪੋਰਟ ਹੈ ਬਾਹਰੀ ਖਾਤਿਓਂ ਮਿਲਦੀ ਹੈ, ਯਾਨੀ ਕਿ ਕਾਂਗਰਸ ਦੀ ਮਦਦ ਲੈ ਕੇ ਵੀ ਅਕਾਲੀ ਦਲ ਦਾ ਵਿਰੋਧ ਕਰਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਉਹ ਮਜਬੂਰੀ ਬਣ ਚੁੱਕਾ ਹੁੰਦਾ ਹੈ, ਕਿਉਂਕਿ ਜਿਸ ਤਰੀਕੇ ਨਾਲ ਨਿਰੰਕਾਰੀਆਂ ਦੇ ਹੱਕ ਵਿੱਚ ਉਸ ਵਕਤ ਦੇ ਅਕਾਲੀ ਤੇ ਜਨਸੰਘ ਦੀਆਂ ਸਰਕਾਰਾਂ ਭੁਗਤੀਆਂ ਹੁੰਦੀਆਂ ਨੇ, ਉਸ ਵਕਤ ਹੋਰ ਕੋਈ ਆਸ ਉਮੀਦ ਨਜ਼ਰ ਨਹੀਂ ਆ ਰਹੀ ਹੁੰਦੀ। ਹਾਲਾਂਕਿ ਬਾਅਦ ਦੇ ਵਿੱਚ 1980 ਤੋਂ ਬਾਅਦ ਇੰਦਰਾ ਗਾਂਧੀ ਵੱਲੋਂ ਵੀ ਨਿਰੰਕਾਰੀਆਂ ਨੂੰ ਉਹੀ ਛਤਰਛਾਇਆ ਜਾਂ ਆਸ਼ੀਰਵਾਦ ਦਏ ਜਾਣ ਦਾ ਜਿਹੜਾ ਸਿਆਸੀ ਕਲਚਰ ਹੈ ਉਸ ਨੂੰ ਅੱਗੇ ਵਧਾਇਆ ਜਾਂਦਾ ਹੈ, ਜਿਸ ਤੋਂ ਬਾਅਦ ਕਿ ਕੁੜੱਤਣ ਜਿਹੜੀ ਹੈ ਉਹ ਹੋਰ ਵੱਧਦੀ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੰਦਰਾ ਗਾਂਧੀ ਦੇ ਖਿਲਾਫ ਵੀ ਖੂਬ ਜੰਮ ਕੇ ਆਪਣੀ ਮੁਹਿੰਮ ਨੂੰ ਅੱਗੇ ਤੋਰਦੇ ਨੇ। ਲੇਕਿਨ ਇਸ ਦੌਰਾਨ ਇਹ ਵੀ ਦੱਸ ਦਈਏ ਵੀ ਜਿਸ ਦਿਨ 13 ਅਪ੍ਰੈਲ 1978 ਦਾ ਸਾਕਾ ਹੋਇਆ ਹੁੰਦਾ ਹੈ, ਉਸ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਜੀਵਨ ਸਿੰਘ ਉਮਰਾ ਨੰਗਲ ਮੌਕੇ ਤੇ ਮੌਜੂਦ ਹੁੰਦੇ ਨੇ, ਯਾਨੀ ਕਿ ਉਹ ਅੰਮ੍ਰਿਤਸਰ ਦੇ ਵਿੱਚ ਮੌਜੂਦ ਹੁੰਦੇ ਨੇ। ਇਹ ਚੀਜ਼ ਵੀ ਇੱਕ ਨਾਮੋਸ਼ੀ ਤੇ ਗੁੱਸੇ ਦਾ ਸਬਬ ਹੁੰਦੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇਸ ਚੀਜ਼ ਦੀ ਵੀ ਤਕਲੀਫ ਕਾਫੀ ਹੁੰਦੀ ਹੈ ਵੀ ਜੀਵਨ ਸਿੰਘ ਉਮਰਾ ਨੰਗਲ ਵੱਲੋਂ ਵੀ ਕੋਈ ਹਾਂ ਦਾ ਨਾਰਾ ਜਾਂ ਕੋਈ ਵੀ ਐਸੀ ਸਖਤੀ ਨਿਰੰਕਾਰੀਆਂ ਦੇ ਖਿਲਾਫ ਨਹੀਂ ਕੀਤੀ ਗਈ ਜੋ ਕਿ ਉਹਨਾਂ ਵੱਲੋਂ ਬਤੌਰ ਇੱਕ ਮੰਤਰੀ ਕਰਨੀ ਬਣਦੀ ਸੀ, ਕਿਉਂਕਿ ਉਹ ਉਸ ਦਿਨ ਅੰਮ੍ਰਿਤਸਰ ਦੇ ਵਿੱਚ ਹੀ ਮੌਜੂਦ ਸਨ, ਕਿਉਂਕਿ ਉਸ ਵਕਤ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੰਬੇ 'ਚ ਦੱਸੇ ਜਾਂਦੇ ਸਨ। ਸੋ ਸਮਝਣ ਵਾਲੀ ਗੱਲ ਇਹ ਹੈ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਗਲੇ ਸਾਲ SGPC ਦੇ ਚੋਣਾਂ ਦੇ ਵਿੱਚ ਮੁਖਾਲਫਤ ਵੀ ਕਰਦੇ ਨੇ ਅਕਾਲੀ ਦਲ ਦੀ ਤੇ ਉਹ तमाम ਕੋਸ਼ਿਸ਼ਾਂ ਕਰਦੇ ਨੇ ਵੀ SGPC ਦੇ ਵਿੱਚੋਂ ਅਕਾਲੀਆਂ ਨੂੰ ਕਿਸੇ ਤਰੀਕੇ ਨਾਲ ਬਾਹਰ ਕੀਤਾ ਜਾਏ। ਹਾਲਾਂਕਿ ਕਾਮਯਾਬੀ ਉਹਨਾਂ ਦੇ ਹੱਥ ਨਹੀਂ ਲੱਗਦੀ ਤੇ ਇਹਨਾਂ ਚੋਣਾਂ ਦੇ ਵਿੱਚ ਜਿੱਤ ਅਕਾਲੀ ਦਲ ਦੀ ਹੀ ਹੁੰਦੀ ਹੈ। ਲੇਕਿਨ ਨਿਰੰਕਾਰੀਆਂ ਦੇ ਖਿਲਾਫ ਜਿਹੜਾ ਇੱਕ ਮੁਹਿੰਮ ਸ਼ੁਰੂ ਹੋਈ ਹੁੰਦੀ ਹੈ ਜਾਂ ਬਹੁਤ ਸੇ ਸੂਬਿਆਂ ਦੇ ਵਿੱਚ, ਬਹੁਤ ਸੇ ਸ਼ਹਿਰਾਂ ਦੇ ਵਿੱਚ ਇੱਕ ਮੂਵਮੈਂਟ ਖੜੀ ਹੋ ਰਹੀ ਹੁੰਦੀ ਹੈ, ਜਿਸ ਦੇ ਤਹਿਤ ਕਿ ਇੱਕ ਮੂਵਮੈਂਟ ਦਾ ਹਿੱਸਾ ਹਿੰਸਕ ਹੋ ਚੁੱਕਾ ਹੁੰਦਾ ਹੈ। ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ, ਬੱਬਰ ਖਾਲਸਾ ਦੇ ਸੁਖਦੇਵ ਸਿੰਘ ਬੱਬਰ ਹੋਣਾ ਵੱਲੋਂ ਨਿਰੰਕਾਰੀਆਂ ਨੂੰ ਲਗਾਤਾਰ ਆਪਣੇ ਨਿਸ਼ਾਨੇ ਤੇ ਲਿਆ ਜਾਣਾ ਸ਼ੁਰੂ ਹੋ ਚੁੱਕਾ ਹੁੰਦਾ ਹੈ। ਆਉਣ ਵਾਲੇ ਕੁਝ ਮਹੀਨਾ ਸਾਲਾਂ ਦੇ ਵਿੱਚ ਕਈ ਦਰਜਨ ਜਿਹੜੇ ਨਿਰੰਕਾਰੀ ਹੈਗੇ ਨੇ ਜਾਂ ਉਹਨਾਂ ਦੇ ਸਮਰਥਕ ਹੈਗੇ ਨੇ, ਉਹਨਾਂ ਨੂੰ ਮਾਰ ਮੁਕਾਇਆ ਜਾਂਦਾ ਹੈ, ਉਹਨਾਂ ਨੂੰ ਮਰਡਰ ਕਰਤਾ ਜਾਂਦਾ ਹੈ। ਨਿਰੰਕਾਰੀਆਂ ਦੇ ਖਿਲਾਫ ਬਹੁਤ ਸੀ ਐਸੀਆਂ ਵਾਰਦਾਤਾਂ ਜਿਹੜੀਆਂ ਕਿ ਲਗਾਤਾਰ ਵੱਧ ਰਹੀਆਂ ਹੁੰਦੀਆਂ ਨੇ, ਜੋ ਕਿ ਬੱਬਰ ਖਾਲਸਾ ਵੱਲੋਂ ਅੰਜਾਮ ਦਿੱਤੀਆਂ ਜਾ ਰਹੀਆਂ ਹੁੰਦੀਆਂ ਨੇ। ਉਹਨਾਂ ਦੇ ਪਿੱਛੇ ਭਿੰਡਰਾਂਵਾਲੇ ਦੇ ਸਮਰਥਕਾਂ ਦਾ ਹੱਥ ਸ਼ੁਰੂਆਤੀ ਫੇਜ਼ ਦੇ ਵਿੱਚ ਮੰਨਿਆ ਜਾਂਦਾ ਹੈ, ਕਿਉਂਕਿ ਖੁਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨਿਰੰਕਾਰੀਆਂ ਦੇ ਖਿਲਾਫ ਖੁੱਲ੍ਹ ਕੇ ਬੋਲ ਰਹੇ ਹੁੰਦੇ ਨੇ। ਲੇਕਿਨ ਇਹ ਸਾਰੀ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਦੂਸ਼ਣ ਹੁੰਦੇ ਨੇ, ਉਹ ਸਹੀ ਨਹੀਂ ਨਿਕਲਦੇ, ਯਾਨੀ ਕਿ ਹਿੰਸਕ ਜਿਹੜੀ ਜਾਂ ਵਾਇਲੈਂਟ ਜਿਹੜੀ ਗਤੀਵਿਧੀਆਂ ਹੈਗੀਆਂ ਨੇ ਨਿਰੰਕਾਰੀਆਂ ਦੇ ਖਿਲਾਫ, ਉਹ ਜ਼ਿਆਦਾਤਰ ਬੱਬਰਾਂ ਵੱਲੋਂ ਅੰਜਾਮ ਦਿੱਤੀ ਜਾਂਦੀ ਹੈ। ਆਖਿਰਕਾਰ ਬਾਬਾ ਗੁਰਬਚਨ ਸਿੰਘ ਜੋ ਕਿ ਮੁਖੀ ਹੁੰਦੇ ਨੇ ਨਿਰੰਕਾਰੀਆਂ ਦੇ, ਉਹਨਾਂ ਨੂੰ 24 ਅਪ੍ਰੈਲ 1980 ਦੇ ਵਿੱਚ, ਯਾਨੀ ਕਿ 1978 ਦੇ 13 ਅਪ੍ਰੈਲ ਦੇ ਇਸ ਨਿਰੰਕਾਰੀ ਕਾਂਡ ਤੋਂ ਤਕਰੀਬਨ 2 ਸਾਲ ਬਾਅਦ ਭਾਈ ਰਣਜੀਤ ਸਿੰਘ ਜੋ ਕਿ ਅਖੰਡ ਕੀਰਤਨੀ ਜੱਥੇ ਦੇ ਵਿੱਚੋਂ ਹੁੰਦੇ ਨੇ, ਇਹ ਚੀਜ਼ ਫੈਕਟ ਤੇ ਹੈ, ਔਨ ਰਿਕਾਰਡ ਹੈ ਕਿ ਭਾਈ ਰਣਜੀਤ ਸਿੰਘ ਦਾ ਕੋਈ ਵੀ ਤਾਲੁਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਉਸ ਤਰੀਕੇ ਨਾਲ ਨਹੀਂ ਰਿਹਾ, ਕਿਉਂਕਿ ਉਸ ਦਿਨ 13 ਅਪ੍ਰੈਲ 1978 ਦੇ ਦਿਨ 2 ਐਸੇ ਜੱਥੇ ਸਨ ਜੋ ਕਿ ਇਸ ਰੋਸ ਮਾਰਚ ਦੇ ਵਿੱਚ ਉਸ ਸਮਾਗਮ ਦੇ ਪੰਡਾਲ ਵੱਲ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਅਖੰਡ ਕੀਰਤਨੀ ਜੱਥਾ ਸੀ ਤੇ ਦੂਸਰਾ ਭਿੰਡਰਾਂਵਾਲੇ ਦਾ ਜੱਥਾ ਸੀ। ਉਸੇ ਵਿੱਚੋਂ ਅਖੰਡ ਕੀਰਤਨੀ ਜੱਥੇ ਦੇ ਜਿਹੜੇ ਸਮਰਥਕ ਹੁੰਦੇ ਨੇ, ਉਹਨਾਂ ਵਿੱਚੋਂ ਇੱਕ ਭਾਈ ਰਣਜੀਤ ਸਿੰਘ, ਜਿਨ੍ਹਾਂ ਨੂੰ ਕਿ ਬਾਅਦ ਦੇ ਵਿੱਚ ਅਕਾਲ ਤਖਤ ਦਾ ਜਥੇਦਾਰ ਵੀ ਬਣਾਇਆ ਗਿਆ, ਉਹਨਾਂ ਵੱਲੋਂ 24 ਅਪ੍ਰੈਲ 1980 ਨੂੰ ਬਾਬਾ ਗੁਰਬਚਨ ਸਿੰਘ ਨੂੰ ਉਹਨਾਂ ਦੇ ਨਿਵਾਸ ਯਾਨੀ ਕਿ ਦਿੱਲੀ ਉਹਨਾਂ ਦੇ ਘਰ ਦੇ ਵਿੱਚ ਸ਼ਾਮ ਨੂੰ ਗੋਲੀ ਮਾਰਤੀ ਜਾਂਦੀ ਹੈ। ਭਾਈ ਰਣਜੀਤ ਸਿੰਘ ਆਪਣੇ ਆਪ ਨੂੰ ਬਤੌਰ ਇੱਕ ਕਾਰਪੈਂਟਰ ਤੇ ਤਰਖਾਨ ਡੇਰੇ ਨਿਰੰਕਾਰੀਆਂ ਦੇ ਵਿੱਚ ਸ਼ਾਮਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਇਹ ਉਸ ਸਾਜ਼ਿਸ਼ ਦਾ ਹਿੱਸਾ ਹੁੰਦਾ ਜਿਸ ਤਹਿਤ ਕਿ ਬਾਬਾ ਗੁਰਬਚਨ ਸਿੰਘ ਨੂੰ ਮਾਰਿਆ ਜਾਣਾ ਹੁੰਦਾ ਹੈ। ਇਸੇ ਤਹਿਤ ਉਹ ਬਾਬਾ ਗੁਰਬਚਨ ਸਿੰਘ ਉਹਨਾਂ ਦੇ ਘਰੇ ਪਹੁੰਚਦੇ ਨੇ, ਜਿੱਥੇ ਕਿ ਉਹ ਕਾਰਪੈਂਟਰੀ ਦੇ ਕੰਮ ਦੇ ਵਿੱਚ ਆਪਣੀ ਇਨਵੋਲਵਮੈਂਟ ਦੇ ਕਾਰਨ ਉੱਥੇ ਹੁੰਦੇ ਨੇ। ਉਸ ਰਾਤ ਜਦੋਂ ਕਿ ਬਾਬਾ ਗੁਰਬਚਨ ਸਿੰਘ ਜਦੋਂ ਆਪਣੇ ਸਮਾਗਮ ਤੋਂ ਵਾਪਸ ਆਪਣੇ ਘਰ ਪਰਤਦੇ ਨੇ ਤਾਂ ਉਹਨਾਂ ਨੂੰ ਗੋਲੀ ਮਾਰਤੀ ਜਾਂਦੀ ਹੈ। ਇਸ ਤੋਂ ਬਾਅਦ ਭਾਈ ਰਣਜੀਤ ਸਿੰਘ ਤੇ ਉਹਨਾਂ ਨਾਲ 2 ਹੋਰ ਐਸੇ ਸਾਥੀ ਦੱਸੇ ਜਾਂਦੇ ਨੇ ਜੋ ਕਿ ਇਸ ਵਾਰਦਾਤ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਹੁੰਦਾ ਹੈ, ਉਹ ਗਾਇਬ ਹੋ ਜਾਂਦੇ ਨੇ ਤੇ ਇਸ ਪੂਰੀ ਘਟਨਾ ਦੀ ਜਿਹੜੀ ਹਿਮਾਇਤ ਹੈ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੱਲੋਂ ਕੀਤੀ ਜਾਂਦੀ ਹੈ।
ਸੋ ਕੁੱਲ ਮਿਲਾ ਕੇ ਇੱਕ ਐਸਾ ਖੂਨੀ ਸਾਕਾ ਜੋ ਕਿ 13 ਅਪ੍ਰੈਲ 1978 ਤੋਂ ਸ਼ੁਰੂ ਹੋਇਆ ਹੁੰਦਾ ਹੈ ਤੇ ਉਸ ਦਾ ਜਿਹੜਾ ਕਲਮੀਨੇਸ਼ਨ ਇੱਕ ਮਿਡਵੇ ਕਲਮੀਨੇਸ਼ਨ ਕਹਿ ਸਕਦੇ ਹਾਂ, ਇੱਕ ਵਿਚਲਾ ਪੜਾਅ ਇਸ ਨੂੰ ਕਹਿ ਸਕਦੇ ਹਾਂ, ਉਹ 24 ਅਪ੍ਰੈਲ 1980 ਨੂੰ ਮੁਕੰਮਲ ਹੁੰਦਾ ਹੈ, ਜਦੋਂ ਕਿ ਬਾਬਾ ਗੁਰਬਚਨ ਸਿੰਘ ਨੂੰ ਮਾਰਤਾ ਜਾਂਦਾ ਹੈ। ਨਿਰੰਕਾਰੀ ਮੁਖੀ ਮਾਰਿਆ ਜਾ ਚੁੱਕਾ ਹੁੰਦਾ ਹੈ ਤੇ ਇਹ ਉਹ ਘਟਨਾ ਹੁੰਦੀ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਹੋਰ ਟਰਨਿੰਗ ਪੁਆਇੰਟ ਲੈ ਕੇ ਆਉਂਦੀ ਹੈ। ਲੇਕਿਨ ਬਾਬਾ ਗੁਰਬਚਨ ਸਿੰਘ ਦੀ ਮੌਤ ਤੋਂ ਬਾਅਦ ਦੇ ਅਗਲੇ ਜਿਹੜੇ ਪੜਾਅ, ਜਿਨ੍ਹਾਂ ਨੇ ਕਿ ਉਸੀ ਨਿਰੰਕਾਰੀ ਕਾਂਡ ਤੋਂ ਵਧਦਿਆਂ ਹੋਇਆਂ ਆਪਰੇਸ਼ਨ ਬਲੂ ਸਟਾਰ ਤੱਕ ਇਸ ਪੂਰੀ ਮੁਹਿੰਮ ਤੇ ਇਸ ਖੂਨੀ ਸੰਘਰਸ਼ ਨੂੰ ਹਜੇ ਹੋਰ ਖੂਨੀ ਬਣਾਉਣਾ ਹੁੰਦਾ ਹੈ, ਉਹ ਬਾਕੀ ਨੇ। ਉਸ ਦੇ ਵਿੱਚ ਲਾਲਾ ਜਗਤ ਨਾਰਾਇਣ ਦੀ ਮੌਤ, ਉਹਨਾਂ ਦਾ ਕਤਲ ਇੱਕ ਬਹੁਤ ਅਹਿਮ ਟਰਨਿੰਗ ਪੁਆਇੰਟ ਹੁੰਦਾ, ਜਿਸ ਤੋਂ ਬਾਅਦ ਕਿ ਸਥਿਤੀਆਂ ਬਹੁਤ ਬਦਲਦੀਆਂ ਨੇ ਤੇ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਣਾ ਹੁੰਦਾ ਹੈ। ਉਹ ਬਹੁਤ ਇੱਕ ਅਲੱਗ ਕਹਾਣੀ ਹੈ। ਲਾਲਾ ਜਗਤ ਨਾਰਾਇਣ ਨੂੰ ਕਿਉਂ ਟਾਰਗੇਟ ਬਣਾਇਆ ਗਿਆ, ਕਿਉਂ ਉਹਨਾਂ ਨੂੰ ਮਾਰਿਆ ਗਿਆ, ਕਿਉਂ ਉਹਨਾਂ ਦਾ ਕਤਲ ਕੀਤਾ ਗਿਆ, ਕਿਸ ਨੇ ਉਹਨਾਂ ਦਾ ਕਤਲ ਕੀਤਾ ਤੇ ਕੀ ਉਹਦੇ ਪਿੱਛੇ ਦੀ ਪੂਰੀ ਕਹਾਣੀ ਸੀ ਤੇ ਉਸ ਦੇ ਨਾਲ ਪੂਰੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਅਹਿਮ ਬਦਲਾਅ ਤੇ ਮੋੜਾ ਕਿਵੇਂ ਆਂਦਾ ਹੈ ਤੇ ਇਸ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਿਵੇਂ ਜੋੜ ਕੇ ਵੇਖਿਆ ਜਾਂਦਾ ਹੈ ਕਿ ਵਾਕਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਸ ਹੱਤਿਆਕਾਂਡ ਦੇ ਪਿੱਛੇ ਹੁੰਦੇ ਨੇ, ਜਿਸ ਲਈ ਕਿ ਉਹਨਾਂ ਨੂੰ ਬਾਕਾਇਦਾ ਟਾਰਗੇਟ ਵੀ ਕੀਤਾ ਜਾਂਦਾ ਹੈ, ਉਹਨਾਂ ਦੀ ਭਾਲ ਵੀ ਕੀਤੀ ਜਾਂਦੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੁੰਦੀ ਹੈ। ਇਹ ਸਾਰੀਆਂ ਗੱਲਾਂ ਬਾਤਾਂ ਅਗਲੇ ਵੀਡੀਓ ਤੇ ਅਗਲੀ ਰਿਪੋਰਟ ਵਿੱਚ ਲੈ ਕੇ ਹਾਜ਼ਰ ਹੋਵਾਂਗਾ। ਲੇਕਿਨ ਅੱਜ ਦੇ ਇਸ ਵੀਡੀਓ ਤੇ ਇਸ ਰਿਪੋਰਟ ਦਾ ਜਿਹੜਾ ਕੇਂਦਰ ਬਿੰਦੂ ਸੀ ਉਹ ਸੀ ਨਿਰੰਕਾਰੀ ਕਾਂਡ 1978 ਦਾ, ਜੋ ਕਿ ਇੱਕ ਬਹੁਤ ਅਹਿਮ ਟਰਨਿੰਗ ਪੁਆਇੰਟ ਸੀ ਪੰਜਾਬ ਦੇ ਪੰਥਕ ਅਤੇ ਸਿਆਸੀ ਇਤਿਹਾਸ ਦਾ। ਇਸ ਪੂਰੇ ਕਾਂਡ ਨੇ, ਇਸ ਪੂਰੇ ਘਟਨਾਕ੍ਰਮ ਨੇ, ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇੱਕ ਵੱਖਰੇ ਤੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਪੰਥਕ ਤੇ ਈਵਨ ਅਸੀਂ ਕਹਿ ਸਕਦੇ ਹਾਂ ਵੀ ਸਿਆਸੀ ਆਗੂ ਦੇ ਤੌਰ ਤੇ ਉਭਾਰ ਕੇ ਸਾਹਮਣੇ ਰੱਖਿਆ ਤੇ ਬਹੁਤ ਸੇ ਲੋਕਾਂ ਦੀਆਂ ਅਸੁਰੱਖਿਆਵਾਂ ਦੀ ਭਾਵਨਾ ਜਿਹੜੀਆਂ ਹੈਗੀਆਂ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਲੈ ਕੇ ਕ੍ਰੀਏਟ ਹੋਈਆਂ, ਜਿਨ੍ਹਾਂ ਨੇ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਨਾ ਸਿਰਫ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੋਣਾ ਦਾ ਨੁਕਸਾਨ ਕਰਨਾ ਸੀ, ਬਲਕਿ ਪੰਜਾਬ ਦਾ ਬਹੁਤ ਸਾਰਾ ਨੁਕਸਾਨ ਕਰਨਾ ਸੀ। ਉਹ ਗੱਲਬਾਤ ਅਗਲੇ ਵੀਡੀਓ ਜਾਂ ਅਗਲੀ ਰਿਪੋਰਟ ਦਾ ਹਿੱਸਾ ਹੋਏਗਾ ਤੇ ਅਗਲੀ ਰਿਪੋਰਟ ਦੇ ਵਿੱਚ ਇਸ ਪੂਰੀ ਲੜੀ ਨੂੰ ਅੱਗੇ ਤੋਰਾਂਗੇ ਤੇ ਲਾਲਾ ਜਗਤ ਨਾਰਾਇਣ, ਉਹਨਾਂ ਦੀ ਮੌਤ ਤੇ ਉਸ ਤੋਂ ਬਾਅਦ ਜਿਹੜੇ ਬਦਲਾਅ ਆਏ ਜਾਂ ਜੋ ਵੀ ਚੇਂਜਸ ਪੰਜਾਬ ਦੀ ਸਿਆਸਤ ਵਿੱਚ ਉਸ ਮਾਹੌਲ ਦੇ ਵਿੱਚ ਹੋਈਆਂ, ਉਹਨਾਂ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗਾ। ਰਿਤੇਸ਼ ਲਖੀਆ ਅਨਪਲੱਗਡ ਦੇ ਨਾਲ ਜੁੜੇ ਰਹੋ। ਬਹੁਤ ਬਹੁਤ ਧੰਨਵਾਦ।